ਵਹਿਮੀ ਤਾਇਆ ਸੀ बेटा वार्तक लेख कर रहे सी। ਇਹ ਲੇਖ ਕਿਹਦਾ ਲਿਖਿਆ ਹੋਇਆ ਹੈ? ਸੂਬਾ ਸਿੰਘ ਦਾ ਲਿਖਿਆ ਹੋਇਆ ਹੈ। ਇਸ ਲੇਖ ਦੇ ਵਿੱਚ बेटा ਲੇਖਕ ਨੇ मनसा राम किहदा नाम है? ठीक है, ताए ਵਹਿਮੀ ਤਾਇਆ ਤਾਏ ਦਾ ਕੀ ਨਾਮ ਸੀ? मनसा राम। ਤੇ ਉਹਨੂੰ ਸਾਰਾ ਪਿੰਡ ਵਹਿਮੀ ਤਾਇਆ ਕਿਉਂ ਕਹਿੰਦਾ ਸੀ? ਕਿਉਂਕਿ बेटा ਉਹ ਹਮੇਸ਼ਾ ਕਿਸੇ ਨਾ ਕਿਸੇ ਵਹਿਮ ਦੇ ਵਿੱਚ ਹੀ ਫਸਿਆ ਰਹਿੰਦਾ ਸੀ, ਵਹਿਮਾਂ ਭਰਮਾਂ ਦੇ ਵਿੱਚ ਹੀ ਫਸਿਆ ਰਹਿੰਦਾ ਸੀ। ਇਸ ਕਰਕੇ ਸਾਰੇ ਪਿੰਡ ਦੇ ਲੋਕ मनसा राम ਨੂੰ ਵਹਿਮੀ ਤਾਇਆ ਕਹਿੰਦੇ ਸਨ। ਠੀਕ ਹੈ, ਉਹਦੇ ਜਿਹੜਾ ਕਿ मनसा राम ਦਾ ਜਿਹੜਾ ਨਾਮ ਹੈ, ਉਹਦੇ ਨਾਮ ਤੇ ਜਿਹੜਾ ਚੈਪਟਰ ਦਾ ਨਾਮ ਪਿਆ ਹੈ ਵਹਿਮੀ ਤਾਇਆ। ਕਿਉਂ ਵਹਿਮੀ ਤਾਇਆ? ਕਿਉਂਕਿ ਹਰ ਸਮੇਂ ਉਹ ਕਿਸੇ ਨਾ ਕਿਸੇ ਵਹਿਮਾਂ ਭਰਮਾਂ ਵਿੱਚ ਫਸਿਆ ਰਹਿੰਦਾ ਸੀ। ਚਾਹੇ बेटा ਉਹਦਾ ਸਰੀਰ ਬਹੁਤ ਤਕੜਾ ਸੀ, ठीक है, पर फिर भी हमेशा उसनों कोई ना कोई वहम रहता सी कि उसनों कोई ना कोई बीमारी है, ठीक है, ਉਹਦਾ पेट दर्द है जो जल्दी मर जाएगा, उसनों कोई ना कोई वहम ਚੰਬੜਿਆ ਰਹਿੰਦਾ ਸੀ। ਲੇਖ ਦੇ ਸ਼ੁਰੂ ਦੇ ਵਿੱਚ, ਠੀਕ ਹੈ, ਲੇਖ ਦੇ ਸ਼ੁਰੂ ਦੇ ਵਿੱਚ ਜਦੋਂ ਲੇਖਕ मनसा राम ਨੂੰ ਮਿਲਣ ਜਾਂਦਾ ਹੈ ਤਾਂ मनसा राम ਨੂੰ ਕਿਹੜਾ ਵਹਿਮ ਸੀ? ਬੁਖਾਰ ਰੂਪੀ ਵਹਿਮ ਨੇ ਚੰਬੜਿਆ ਹੋਇਆ ਸੀ। ਕਿਹੜੇ ਵਹਿਮ ਨੇ? ਬੁਖਾਰ ਰੂਪੀ ਵਹਿਮ ਨੇ ਚੰਬੜਿਆ ਹੋਇਆ ਸੀ। ਉਹਨੇ ਕੀ ਕੀਤਾ ਹੋਇਆ ਸੀ? ਆਪਣੇ ਹੱਥ, ਸੱਜੇ ਹੱਥ ਦੀਆਂ, ਠੀਕ ਹੈ, ਸੱਜੇ ਹੱਥ ਦੀਆਂ ਪੋਟਾਂ ਜਿਹੜੀ ਖੱਬੇ ਹੱਥ ਦੇ ਨਬਜ਼ ਉੱਤੇ ਰੱਖੇ ਹੋਏ ਸਨ। ਠੀਕ ਹੈ, ਸੱਜੇ ਹੱਥ ਦੀਆਂ ਉਂਗਲਾਂ ਤੇ ਪੋਟੇ ਖੱਬੇ ਹੱਥ ਦੀ ਨਬਜ਼ ਉੱਤੇ ਰੱਖੇ ਸਨ ਤੇ ਮੂੰਹ ਦੇ ਵਿੱਚ ਉਹਨੇ ਥਰਮਾਮੀਟਰ ਪਾਇਆ ਹੋਇਆ ਸੀ। ਠੀਕ ਹੈ, ਤੇ ਬੁਖਾਰ ਚੈੱਕ ਕਰ ਰਿਹਾ ਸੀ। ਤੇ ਉਹਨੂੰ ਕੀ ਚਮੜਿਆ ਹੋਇਆ ਸੀ? ਬੁਖਾਰ ਰੂਪੀ ਵਹਿਮ ਨੇ ਚਮੜਿਆ ਹੋਇਆ ਸੀ। ਜਦੋਂ ਲੇਖਕ ਨੇ ਉਹਦੇ ਸਰੀਰ ਨੂੰ, ਪਿੰਡੇ ਨੂੰ ਹੱਥ ਲਾ ਕੇ ਦੇਖਿਆ ਤਾਂ ਉਸਨੂੰ ਬਿਲਕੁਲ ਵੀ ਉਹਦਾ ਪਿੰਡਾ ਬਿਲਕੁਲ ਠੰਡਾ ਸੀ, ਜਰਾ ਵੀ ਬੁਖਾਰ ਨਹੀਂ ਸੀ। ਪਰ ਉਹ ਕੀ ਕਹਿੰਦਾ ਹੈ ਕਿ ਉਸਨੂੰ ਤਾਂ ਹਮੇਸ਼ਾ ਬੁਖਾਰ ਰੂਪੀ ਪੱਖ ਹੀ ਚੰਬੜਿਆ ਰਹਿੰਦਾ ਹੈ ਕਿ ਬੁਖਾਰ ਉਤਰਨ ਦਾ ਨਾਮ ਹੀ ਨਹੀਂ ਲੈਂਦਾ। ਕਾਹਦਾ ਵਹਿਮ ਸੀ? ਬੁਖਾਰ ਹੋਣ ਦਾ ਵਹਿਮ ਰਹਿੰਦਾ ਸੀ। ਜਦੋਂ ਲੇਖਕ ਕਹਿੰਦਾ ਕਿ ਤੁਹਾਡਾ ਤਾਏ, ਤੁਹਾਡਾ ਪਿੰਡਾ ਤਾਂ ਬਿਲਕੁਲ ਹੀ ਠੰਡਾ ਹੈ, ਜਰਾ ਵੀ ਬੁਖਾਰ ਨਹੀਂ ਹੈ, ਤਾਂ ਉਸਨੂੰ ਉਹ ਕਹਿੰਦਾ ਹੈ ਕਿ ਤੈਨੂੰ ਕੀ ਪਤਾ, ਠੀਕ ਹੈ, ਮੈਨੂੰ ਤਾਂ ਹਮੇਸ਼ਾ ਹੀ ਪੱਕ ਰਹਿੰਦਾ ਹੈ, ਬੁਖਾਰ ਰਹਿੰਦਾ ਹੈ। ਬਾਕੀ ਇਹ ਵਹਿਮ ਉਹਨੂੰ ਕਈ ਸਾਲਾਂ ਤੱਕ, 5 ਸਾਲਾਂ ਤੱਕ ਰਿਹਾ। ਉਹਨੇ ਕਈ ਥਰਮਾਮੀਟਰ ਤੋੜੇ ਤੇ 5 ਸਾਲਾਂ ਬਾਅਦ ਇਹ ਕੁਝ ਇਹ ਵਹਿਮ ਜਿਹੜਾ ਕੀ ਸੀ? ਦੂਰ ਹੋਇਆ। ਫਿਰ ਉਹਨੇ बेटा ਦੂਸਰਾ ਵਹਿਮ, ਇਹ ਤਾਂ ਪਹਿਲਾ ਵਹਿਮ ਸੀ ਨਾ, ਜਦੋਂ ਲੇਖਕ, ਧਿਆਨ ਨਾਲ ਸੁਣੋ, ਪਹਿਲਾ ਵਹਿਮ, ਠੀਕ ਹੈ, ਜਦੋਂ ਦੂਸਰਾ, ਠੀਕ ਹੈ, ਇਸ ਵਹਿਮ 5 ਸਾਲ ਰਿਹਾ। ਦੂਸਰਾ ਵਹਿਮ ਕਿਹੜਾ ਸੀ? ਉਹਨੂੰ ਦੂਸਰਾ ਵਹਿਮ ਕਿਹੜਾ ਸੀ? ਉਹਨੂੰ ਵਹਿਮ ਸੀ ਕਿ ਕਿਸੇ ਬੰਦੇ ਦੇ, ਠੀਕ ਹੈ, ਬਿਮਾਰੀ ਦੇ ਕੀਟਾਣੂ ਉਸਦੇ ਸਰੀਰ ਦੇ ਨਾਲ ਹੀ ਚਮੜੇ ਰਹਿੰਦੇ। ਭਾਵ ਕਿ ਜੇ ਕੋਈ ਬੰਦਾ ਬਿਮਾਰ ਹੈ, ਠੀਕ ਹੈ, ਉਹਦੀ ਬਿਮਾਰੀ ਦੇ ਕੀਟਾਣੂ ਉਹਦੇ ਸਰੀਰ ਦੇ ਨਾਲ ਹੀ ਚਮੜੇ ਰਹਿੰਦੇ ਹਨ। ਇਸ ਲਈ बेटा ਜਦੋਂ ਕਈ ਤਾਏ मनसा राम ਨੂੰ ਮਿਲਣ ਲਈ ਆਂਦਾ, ਠੀਕ ਹੈ, ਕਿਹਨੂੰ ਮਿਲਣ ਲਈ ਆਂਦਾ? ਤਾਏ मनसा राम ਨੂੰ ਮਿਲਣ ਲਈ ਆਂਦਾ ਕੋਈ ਮੇਲ ਮੁਲਾਕਾਤੀ, ਉਹਦੇ ਬੈੱਡ ਤੇ ਜਾਂ ਕੁਰਸੀ ਤੇ ਜਾਂ ਬਿਸਤਰੇ ਤੇ ਬਹਿੰਦਾ, ਉਹ ਇੰਨਾ ਜ਼ਿਆਦਾ ਵਹਿਮੀ ਸੀ ਕਿ ਉਹਨੂੰ ਵਹਿਮ ਰਹਿੰਦਾ ਸੀ ਕਿ ਇਨਸਾਨ ਦੇ ਜਿਹੜੇ ਕੀ ਬੰਦੇ ਦੇ ਸਰੀਰ ਦੇ ਬਿਮਾਰੀ ਦੇ ਕੀਟਾਣੂ ਉਹਦੇ ਸਰੀਰ ਦੇ ਨਾਲ ਹੀ ਰਹਿੰਦੇ ਹਨ ਤੇ ਉਹ ਕੀਟਾਣੂ ਜਿਸ ਉੱਤੇ ਬਹਿੰਦਾ, ਜੇ ਉਹ ਬਿਸਤਰੇ ਉੱਤੇ ਬਹਿੰਦਾ ਹੈ ਜਾਂ ਕੁਰਸੀ ਉੱਤੇ ਜਾਂ ਬੈੱਡ ਉੱਤੇ, ਉਹ ਕੀਟਾਣੂ ਉੱਥੇ ਹੀ ਛੱਡ ਜਾਂਦਾ ਹੈ। ਇਸ ਲਈ बेटा ਜਦੋਂ ਕੋਈ ਉੱਥੋਂ ਜਾਂਦਾ ਸੀ, ਠੀਕ ਹੈ, ਉਹ ਜਿਹੜਾ ਕੀ ਕੁਰਸੀ ਨੂੰ ਧੁੱਪੇ ਰੱਖਦਾ, ਠੀਕ ਹੈ, ਬਿਸਤਰੇ ਨੂੰ ਗਰਮ ਪਾਣੀ ਨਾਲ ਧੋਂਦਾ, ਠੀਕ ਹੈ, ਤਾਂ ਕਿ ਬਿਮਾਰੀ ਦੇ ਕੀਟਾਣੂ ਦੂਰ ਹੋ ਜਾਣ। ਇੱਕ ਦਿਨ ਕੀ ਹੁੰਦਾ बेटा, ਗਵਾਂਡੀਆਂ ਦਾ ਬੱਚਾ, ਠੀਕ ਹੈ, ਗਵਾਂਡੀਆਂ ਦਾ ਲੜਕਾ ਜਵਾਕ ਕਿਸੇ ਉਹਦੇ ਘਰ ਖੇਡ ਰਿਹਾ ਹੁੰਦਾ ਹੈ, ਠੀਕ ਹੈ, ਗਵਾਂਡੀਆਂ ਦਾ ਜਵਾਕ ਤਾਏ मनसा राम ਦੇ ਘਰ ਖੇਡ ਰਿਹਾ ਹੁੰਦਾ ਹੈ ਤੇ ਉਹਦਾ ਕੋਈ ਮੇਲ ਮੁਲਾਕਾਤੀ, ਠੀਕ ਹੈ, मनसा राम ਦਾ ਕੋਈ ਮੇਲ ਮੁਲਾਕਾਤੀ मनसा राम ਨੂੰ ਮਿਲਣ ਲਈ ਆਉਂਦਾ ਹੈ ਤੇ ਉਹ ਸਮਝਦਾ ਹੈ ਕਿ ਜਿਹੜਾ ਬੱਚਾ ਹੈ ਉਹਦਾ ਪੋਤਾ ਹੈ, ਠੀਕ ਹੈ, ਉਸ ਨੂੰ ਕੀ ਕਰਦਾ ਹੈ? ਗਲੇ ਲਾ ਲੈਂਦਾ ਹੈ, ਚੰਗੀ ਤਰ੍ਹਾਂ ਚੁੰਮਦਾ ਹੈ, ਗਲੇ ਲਾ ਲੈਂਦਾ ਹੈ, ਮੂੰਹ ਨੂੰ ਚੁੰਮਦਾ ਹੈ, ਮੱਥਾ ਚੁੰਮਦਾ ਹੈ ਤੇ मनसा राम ਇੰਨਾ ਡਰ ਜਾਂਦਾ ਹੈ ਕਿ ਕਹਿੰਦੇ ਉਹ ਜਿਹੜੇ ਕੀਟਾਣੂ ਹਨ, ਠੀਕ ਹੈ, ਉਹਦੇ ਕੀਟਾਣੂ ਕੀ ਬੱਚੇ ਦੇ ਸਰੀਰ ਦੇ ਨਾਲ ਚੰਬੜ ਗਏ ਹਨ। ਉਹ ਬੱਚੇ ਨੂੰ ਇੰਨੀ ਚੰਗੀ ਤਰ੍ਹਾਂ ਅੱਧਾ ਘੰਟਾ ਮਲ ਕੇ ਨਵਾਉਂਦਾ ਹੈ, ਉਹਦਾ ਰਗੜਦਾ ਹੈ, ਉੱਥੋਂ ਤੱਕ ਕਿ ਇੰਨਾ ਜ਼ਿਆਦਾ ਸਾਬਣ ਨਾਲ ਰਗੜਦਾ ਹੈ ਕਿ ਉਹਦੇ ਕੰਨਾਂ ਦੇ ਵਿੱਚੋਂ ਬਲੱਡ ਆਉਣ ਲੱਗ ਜਾਂਦਾ, ਕੰਨਾਂ ਦੇ ਵਿੱਚੋਂ ਖੂਨ ਨਿਕਲ ਆਉਂਦਾ, ਠੀਕ ਹੈ। ਫਿਰ ਉਹਦੇ ਜਿਹੜੇ ਬੱਚੇ ਦੇ ਰਿਸ਼ਤੇਦਾਰ ਹੁੰਦੇ ਹਨ ਉੱਥੇ ਸੋਟੀਆਂ ਚੁੱਕ ਕੇ ਲੈ ਆਉਂਦੇ ਹਨ, ਠੀਕ ਹੈ, ਕਿਉਂ ਕੀ ਕਰ ਰਿਹਾ? ਬੱਚੇ ਦੇ ਕੰਨਾਂ ਤੋਂ ਖੂਨ ਨਿਕਲ ਆਇਆ। ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਤਾਇਆ ਵਹਿਮੀ ਹੈ, ਇਸ ਲਈ ਉਹਨੂੰ ਛੱਡ ਕੇ ਜਿਹੜਾ ਕੀ ਉਹਨੂੰ ਮਾਰਦੇ ਨਹੀਂ, ਉੱਥੋਂ ਬੱਚੇ ਨੂੰ ਲੈ ਕੇ ਚਲੇ ਜਾਂਦੇ ਹਨ। ਨੈਕਸਟ बेटा ਫਿਰ ਉਹਨੇ ਦੱਸਿਆ ਕਿ ਇਸ ਲੇਖ ਦੇ ਵਿੱਚ ਤੀਸਰਾ ਵਹਿਮ ਕਿਹੜਾ ਸੀ? ਥਰਡ ਵਹਿਮ ਸੀ। ਇੱਕ ਦਿਨ बेटा ਉਹ ਕਿਸ਼ਨੇ ਹਲਵਾਈ ਦੇ, ਠੀਕ ਹੈ, ਇੱਕ ਦਿਨ ਉਹ ਕਿਸ਼ਨੇ ਹਲਵਾਈ ਦੇ ਕੀ ਕਰਦਾ? ਚਾਹ ਪੀਣ ਜਾਂਦਾ ਹੈ ਤੇ ਚਾਹ ਪੀਂਦੇ ਪੀਂਦੇ ਜਦੋਂ ਉੱਠਦਾ ਹੈ ਤੇ ਉਹਦਾ ਪੈਰ ਕੀ ਹੈ? ਕੁੱਤੇ ਦੀ ਪੂੰਛਲ ਦੇ ਨਾਲ, ਠੀਕ ਹੈ, ਉਹਦਾ ਪੈਰ ਕੁੱਤੇ ਦੀ ਪੂੰਛਲ ਦੇ ਉੱਤੇ ਆ ਜਾਂਦਾ ਹੈ, ਪੂੰਛ ਦੇ ਉੱਤੇ ਆ ਜਾਂਦਾ ਹੈ ਤੇ ਉਹ ਇੰਨਾ ਜ਼ਿਆਦਾ ਡਰ ਜਾਂਦਾ ਹੈ ਕਿ ਉਹ ਕਹਿੰਦਾ ਹੁਣ ਉਹ ਜਲਦੀ ਹੀ ਮਰ ਜਾਵੇਗਾ। ਉਹ 14 ਇੰਜੈਕਸ਼ਨ ਲਵਾ ਲਈ, ਠੀਕ ਹੈ,
ਉਹ ਡਾਕਟਰ ਦੇ ਕੋਲੋਂ ਟੀਕੇ ਲਵਾਉਣ ਲਈ ਜਾਂਦਾ ਹੈ। ਠੀਕ ਹੈ, ਲੇਖਕ ਉਸਨੂੰ ਕਹਿੰਦਾ ਹੈ ਕਿ ਕੁੱਤੇ ਨੇ ਤੈਨੂੰ ਵੱਢਿਆ ਥੋੜੀ ਏ, ਉਹਨੇ ਤਾਂ ਤੇ ਉਹਦਾ ਪੈਰ ਜਿਹੜਾ ਕੀ ਕੁੱਤੇ ਦਾ, ਤੇਰਾ ਪੈਰ ਕੁੱਤੇ ਦੀ ਪੂੰਛ ਉੱਤੇ ਆਇਆ ਸੀ, ਉਹਨੇ ਤੈਨੂੰ ਵੱਢਿਆ ਥੋੜੀ ਏ, ਤੂੰ ਜੋ 14 ਇੰਜੈਕਸ਼ਨ ਲਵਾਉਣ ਲਈ ਚਲੇ ਹੋ ਤੇ ਤੁਸੀਂ ਇੰਨਾ ਡਰ ਰਹੇ ਤੋਂ। ਤਾਂ ਅੱਗੋਂ ਮਨਸਾ ਰਾਮ ਕੀ ਕਹਿੰਦਾ ਹੈ ਕਿ ਕੁੱਤੇ ਦਾ ਜਿਹੜਾ ਕਿ ਵੱਢਣਾ ਹੀ ਜ਼ਰੂਰੀ ਨਹੀਂ, ਉਹਦਾ ਕੁੱਤੇ ਜੇ ਸੁੰਘ ਵੀ ਲਵੇ ਤਾਂ ਵੀ ਉਹ ਇੰਨਾ ਜ਼ਿਆਦਾ ਖਤਰਨਾਕ ਹੁੰਦਾ ਹੈ। ਇਸ ਲਈ ਉਹ ਜਾ ਕੇ ਕੀ ਕਰਦਾ ਹੈ, 14 ਇੰਜੈਕਸ਼ਨ ਲਵਾਉਂਦਾ ਹੈ। ਕਾਹਦੇ ਲਈ ਇੰਜੈਕਸ਼ਨ ਲਵਾਉਂਦਾ? ਸਿਰਫ ਉਹਨੇ ਕੁੱਤੇ ਦੀ ਪੂੰਛ ਦੇ ਉਹਦਾ ਪੈਰ ਆ ਗਿਆ, ਉਹਨਾਂ ਨੂੰ ਵਹਿਮ ਹੁੰਦਾ ਹੈ ਕਿ ਕੁੱਤੇ ਜਿਹੜਾ ਹਵਾੜ ਹੈ, ਹਵਾ ਹੀ ਜਿਹੜੀ ਕੀ ਹੈ ਬਹੁਤ ਵੱਡੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਨੈਕਸਟ ਹੈ, ਨੈਕਸਟ ਵਹਿਮ ਸੀ ਬੇਟਾ, ਇੱਕ ਦਿਨ ਉਹ ਕੀ ਹੁੰਦਾ ਹੈ, ਉਹਦਾ ਉਹ ਜਿਹੜਾ ਪੈਰ ਫਿਸਲ ਜਾਂਦਾ ਹੈ ਤੇ ਪੈਰ ਫਿਸਲਣ ਦੇ ਕਾਰਨ, ਠੀਕ ਹੈ, ਇੱਕ ਹੋਰ ਵਹਿਮ ਦੇ ਬਾਰੇ ਦੱਸਿਆ, ਦਿਲਚਸਪ ਵਹਿਮ ਦੇ ਬਾਰੇ ਲੇਖਕ ਨੇ। ਇੱਕ ਦਿਨ ਬੇਟਾ ਉਹ ਜਾ ਰਿਹਾ ਹੁੰਦਾ ਹੈ, ਉਹਦਾ ਪੈਰ ਜਿਹੜਾ ਕਿ ਘੋੜੇ ਦੀ ਲਿੱਦ, ਠੀਕ ਹੈ, ਘੋੜੇ ਦੀ ਲਿੱਦ ਉੱਪਰ ਉਹਦਾ ਪੈਰ ਤਿਲਕ ਜਾਂਦਾ ਹੈ, ਫਿਸਲ ਜਾਂਦਾ ਹੈ ਤੇ ਉਹਦੇ ਉੱਪਰ ਹੀ ਡਿੱਗ ਜਾਂਦਾ ਹੈ। ਠੀਕ ਹੈ, ਹਾਏ ਹਾਏ ਕਰਦਾ ਆ ਰਾਤ ਨੂੰ, ਠੀਕ ਹੈ, ਸਾਰਿਆਂ ਦੇ ਦਰਵਾਜ਼ੇ ਖੜਕਾਉਂਦਾ ਹੈ ਕਿ ਹਾਏ ਕੋਈ ਦਵਾ ਦਾਰੂ ਕਰੇ, ਉਸਨੂੰ ਕੋਈ ਬਚਾ ਲਵੇ, ਉਹ ਹੁਣੇ ਹੀ ਮਰ ਜਾਵੇਗਾ। ਇੰਨਾ ਜ਼ਿਆਦਾ ਘਬਰਾ ਜਾਂਦਾ ਹੈ, ਡਰ ਜਾਂਦਾ ਹੈ ਕਿ ਉਹ ਹੁਣੇ ਜਲਦੀ ਹੀ ਮਰ ਜਾਵੇਗਾ, ਕਿਉਂਕਿ ਉਹਦਾ ਪੈਰ ਜਿਹੜਾ ਘੋੜੇ ਦੀ ਲਿੱਦ ਉੱਪਰ ਆ ਗਿਆ, ਉਹਦੇ ਸਾਰੇ ਕੀਟਾਣੂ ਜ਼ਹਿਰ ਹੈ ਉਹਦੇ ਅੰਦਰ, ਸਰੀਰ ਦੇ ਅੰਦਰ ਚਲੇ ਗਏ ਹਨ। ਠੀਕ ਹੈ, ਕਿੰਨਿਆਂ ਦੇ ਦਰਵਾਜ਼ੇ ਖੜਕਾਉਂਦਾ, ਕੋਈ ਦਰਵਾਜ਼ਾ ਨਹੀਂ ਖੋਲਦਾ। ਫਿਰ ਇੱਕ ਡਾਕਟਰ ਜਿਹੜਾ ਕਿ ਦਰਵਾਜ਼ਾ ਖੋਲਦਾ ਹੈ ਤੇ ਉਹਦੇ ਜਿਹੜੀ ਕਿ ਉਹਦਾ ਇਲਾਜ ਕਰਕੇ, ਗਰਮ ਸੂਆ ਕਰਕੇ ਉੱਤੇ ਲਗਾਉਂਦਾ ਹੈ ਤੇ ਉਹਦੇ ਕੋਲੋਂ 60 ਰੁਪਏ ਫੀਸ ਲੈ ਕੇ ਉਹਨੂੰ ਜਾਣ ਦਿੰਦਾ ਹੈ। ਸਿਰਫ ਵਹਿਮ ਹੀ ਹੁੰਦਾ ਹੈ ਕਿ ਜਿਹੜੇ ਘੋੜੇ ਦੀ ਲਿੱਦ ਭਾਵ ਕੇ ਉਹਦੇ ਕੀਟਾਣੂ ਹਨ ਉਹਦੇ ਸਰੀਰ ਦੇ ਨਾਲ ਚੰਬੜ ਗਏ ਹਨ। ਫਿਰ ਨੈਕਸਟ ਬੇਟਾ, ਇੱਕ ਦਿਨ ਉਹਨੂੰ ਨੈਕਸਟ ਉਹਨੇ ਦੱਸਿਆ ਹੈ ਉਸ ਪਾਠ ਦੇ ਵਿੱਚ ਉਹਨੂੰ ਕੀ ਵਹਿਮ ਹੁੰਦਾ ਹੈ ਕਿ ਉਹ ਕਹਿੰਦਾ ਹੈ, ਲੇਖਕ ਜਦੋਂ ਕਹਿੰਦਾ ਕਿ ਤਾਇਆ ਜੀ ਕੀ ਹਾਲ ਹੈ, ਤਾਂ ਕਹਿੰਦਾ ਕੀ ਹਾਲ ਹੈ, ਕੀ ਦੱਸਣਾ ਹੈ, ਚਾਹੇ ਉਹਦਾ ਸਰੀਰ ਬੇਟਾ ਕਾਫੀ ਤਕੜਾ ਹੁੰਦਾ ਹੈ, ਉਹਨੂੰ ਕੋਈ ਬਿਮਾਰੀ ਨਹੀਂ ਹੁੰਦੀ, ਕੁਝ ਨਹੀਂ ਹੁੰਦਾ, ਫਿਰ ਵੀ ਉਹ ਕੀ ਕਹਿੰਦਾ ਹੈ, ਮੈਨੂੰ ਹਮੇਸ਼ਾ ਬੁਖਾਰ ਰਹਿੰਦਾ ਹੈ, ਉਹਦਾ ਸਰੀਰ ਦੁਖਦਾ ਰਹਿੰਦਾ ਹੈ, ਪੇਟ ਆਫਰਿਆ ਰਹਿੰਦਾ, ਉਹਨੂੰ ਕੁਝ ਪਚਦਾ ਨਹੀਂ, ਉਹਨੂੰ ਵਹਿਮ ਹੀ ਰਹਿੰਦਾ। ਠੀਕ ਹੈ, ਕਹਿੰਦਾ ਕਿ ਉਹਦੀ ਜਿਹੜੀ ਮਾਂ ਗਾਂ ਹੈ ਦੁੱਧ ਨਹੀਂ ਦਿੰਦੀ, ਉਹਨੇ ਕਈ ਟੂਣੇ ਕੀਤੇ ਪਰ ਫਿਰ ਵੀ ਉਹਨੇ ਦੁੱਧ ਦੇਣਾ ਹੱਟੀ, ਦੁੱਧ ਨਹੀਂ ਦਿੰਦੀ। ਉਹਨੇ ਕੀ ਕੀਤਾ, ਕਾਲਾ ਟੂਣਾ ਕਰਦਾ ਹੈ ਸੰਦੂਰ ਦਾ, ਮੂੰਗੀ ਮਸਲਾ ਦਾ ਤੇ ਚਾਕੂ ਦਾ। ਠੀਕ ਹੈ, ਟੂਣਾ ਕਰਦਾ ਹੈ ਤਾਂ ਕਿ ਉਹਦੀ ਜਿਹੜੀ ਕੀ ਹੈ, ਜਿਹੜਾ ਉਹਦਾ ਸਰੀਰ ਹੈ ਬਿਮਾਰੀਆਂ ਤੋਂ ਛੁਟਕਾਰਾ ਪਾਵੇ ਤੇ ਉਹਦੀ ਗਾਂ ਜਿਹੜੀ ਕੀ ਹੈ ਦੁੱਧ ਦੇਣ ਲੱਗ ਜਾਵੇ। ਠੀਕ ਹੈ, ਉਹਦਾ ਉਹ ਹਮੇਸ਼ਾ ਉਹਨੂੰ ਡਰ ਰਹਿੰਦਾ ਹੈ ਕਿ ਉਹਨੂੰ ਸਰੀਰ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ ਹੈ, ਉਹ ਜਲਦੀ ਹੀ ਮਰ ਜਾਏਗਾ। ਇਸ ਲਈ ਬੇਟਾ ਉਹ ਸੰਦੂਰ, ਮੂੰਗੀ ਮਸਲਾ ਤੇ ਚਾਕੂ ਦਾ ਟੂਣਾ ਕਰਦਾ ਹੈ। ਠੀਕ ਹੈ, ਉੱਥੋਂ ਇੱਕ ਕਿਸਾਨ ਜਾ ਰਿਹਾ ਹੁੰਦਾ, ਹਾਲੀ ਜਾ ਰਿਹਾ ਹੁੰਦਾ ਹੈ, ਉਹ ਕੀ ਕਰਦਾ, ਜਿਹੜਾ ਉਹਨੇ ਸੰਦੂਰ, ਠੀਕ ਹੈ, ਜਿਹੜਾ 3-4 ਚੀਜ਼ਾਂ ਦਾ ਟੂਣਾ ਕੀਤਾ ਹੁੰਦਾ ਹੈ, ਉਹ ਸੰਦੂਰ ਕੀ ਕਰਦਾ ਹੈ, ਚੱਕ ਕੇ ਸੜਕ ਤੋਂ ਚੱਕ ਕੇ ਸੰਦੂਰ ਕੀ ਕਰਦਾ ਹੈ, ਉਹਦੇ ਗਾਂ ਦੇ ਜਿਹੜੇ ਕੀ ਹੈ, ਗਾਂ ਦੇ ਮੱਝ ਦੇ ਸੋਰੀ, ਠੀਕ ਹੈ, ਮੱਝ ਦੇ ਜਾਂ ਗਾਂ ਦੇ ਸਿੰਘ ਉਹਦੇ ਲਗਾ ਦਿੰਦਾ ਹੈ, ਸਿੰਗਾਂ ਤੇ ਲਗਾ ਦਿੰਦਾ ਹੈ। ਤੇ ਉਹ ਮੂੰਗੀ ਜਿਹੜੀ ਮਸਲਾ ਦਾ ਦਾਲ ਦਾ ਜਿਹੜਾ ਫੱਕਾ ਹੈ, ਠੀਕ ਹੈ, ਮੂੰਗੀ ਦੀ ਦਾਲ ਦਾ ਫੱਕਾ ਕੀ ਹੈ, ਆਪ ਮਾਰ ਜਾਂਦਾ ਹੈ, ਆਪ ਖਾ ਲੈਂਦਾ ਹੈ। ਤੇ ਚਾਕੂ ਨੂੰ ਕੀ ਕਰਦਾ ਹੈ, ਚਾਕੂ ਨੂੰ ਸਾਫ਼ ਸੂਫ ਕਰਕੇ, ਠੀਕ ਹੈ, ਉਹ ਚੱਦਰ ਦੀ ਕੰਨੀ ਦੇ ਨਾਲ ਚੱਦਰ ਨਾਲ ਬੰਨ ਲੈਂਦਾ ਹੈ ਤੇ ਉਹ ਸੋਚਦਾ ਹੈ ਕਿ ਚਾਕੂ ਦੇ ਨਾਲ ਬਾਅਦ ਚੋਂ ਮੈਂ ਤਰਬੂਜ ਕੱਟਾਂਗਾ, ਭਾਵ ਕਿ ਜਿਸ ਚੀਜ਼ ਨੂੰ ਉਹ ਟੂਣਾ ਕਰ ਲਈ ਉਹਨੇ ਜ਼ਮੀਨ ਤੇ ਸੱਟਿਆ ਹੁੰਦਾ ਹੈ ਚੁਰਾਹੇ ਤੇ, ਕਿ ਸੰਦੂਰ, ਮੂੰਗੀ ਮਸਲਾ ਦੇ ਚਾਕੂ ਨਾਲ ਟੂਣਾ ਕੀਤਾ ਹੁੰਦਾ ਹੈ ਤਾਂ ਜੋ ਉਹਦੀ ਸਾਰੀਆਂ ਬਿਮਾਰੀਆਂ ਦੂਰ ਹੋ ਜਾਣ ਤੇ ਉਹਦੀ ਜਿਹੜੀ ਗਾਂ ਹੈ ਜਿਹੜੀ ਦੁੱਧ ਦੇਣ ਲੱਗ ਜਾਵੇ। ਤੇ ਉਹ ਹੀ ਕਰਦਾ ਹੈ, ਉਹ ਜਿਹੜਾ ਕਿ ਕਿਸਾਨ ਜਿਹੜਾ ਕਿ ਹਾਲੀ ਨਿਕਲ ਜਾਂਦਾ ਹੈ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੀ ਹੈ ਉੱਥੋਂ ਚੱਕ ਕੇ ਲੈ ਜਾਂਦਾ ਹੈ। ਫਿਰ ਇੱਕ ਦਿਨ ਕੀ ਹੈ, ਇੱਕ ਦਿਨ ਉਹਨੂੰ ਵਹਿਮ ਆਉਂਦਾ ਹੈ ਕਿ ਉਹਦੇ ਪਿੰਡ ਦਾ ਕੋਈ ਬੰਦਾ ਦਿਲ ਦੀ ਹਰਕਤ, ਠੀਕ ਹੈ, ਉਹਦੇ ਪਿੰਡ ਦਾ ਕੋਈ ਬੰਦਾ ਦਿਲ ਦੀ ਹਰਕਤ ਹਾਰਟ ਅਟੈਕ ਨਾਲ ਮਰ ਜਾਂਦਾ ਹੈ ਤੇ ਉਹਨੂੰ ਇਹ ਡਰ ਪੈ ਜਾਂਦਾ ਹੈ, ਵਹਿਮ ਪੈ ਜਾਂਦਾ ਹੈ ਕਿ ਉਹ ਵੀ ਹੁਣ ਜਲਦੀ ਹੀ ਮਰ ਜਾਵੇਗਾ, ਉਹਦੀ ਦਿਲ ਦੀ ਧੜਕਨ ਜਲਦੀ ਹੀ ਬੰਦ ਹੋ ਜਾਵੇਗੀ। ਠੀਕ ਹੈ, ਇਸ ਤਰ੍ਹਾਂ ਇਸ ਪਾਠ ਦੇ ਵਿੱਚ ਲੇਖਕ ਨੇ, ਠੀਕ ਹੈ, ਇਸ ਪਾਠ ਦੇ ਵਿੱਚ ਲੇਖਕ ਨੇ ਤਾਇਆ ਮਨਸਾ ਰਾਮ ਦੇ ਅਲੱਗ-ਅਲੱਗ ਵਹਿਮਾਂ ਦਾ ਬਿਆਨ ਕੀਤਾ ਹੈ ਤੇ ਕਿਹਾ ਹੈ ਕਿ ਇਹ ਉਦੇਸ਼ ਹੈ ਕਿ ਜੇ ਕਿਸੇ ਇਨਸਾਨ ਨੂੰ ਵਹਿਮ ਲੱਗ ਜਾਣ, ਕੋਈ ਵਹਿਮ ਭਰਮ ਚੰਬੜ ਜਾਵੇ ਤਾਂ ਵਹਿਮ ਜਲਦੀ ਜਾਂਦੇ ਨਹੀਂ ਹਨ। ਇਹ ਵਹਿਮ ਹੌਲੀ ਹੌਲੀ, ਠੀਕ ਹੈ, ਉਹਨੂੰ ਸਮਝਾ ਕੇ ਦਲੀਲਾਂ ਦੇ ਕੇ ਜਿਹੜੇ ਹੌਲੀ ਹੌਲੀ ਵਹਿਮ ਦੂਰ ਹੁੰਦੇ ਹਨ। ਜਿਹੜਾ ਇਨਸਾਨ ਬੇਟਾ ਵਹਿਮ ਭਰਮਾਂ ਵਿੱਚ ਫਸਿਆ ਰਹਿੰਦਾ ਹੈ, ਉਹ ਆਪਣੀ ਜ਼ਿੰਦਗੀ ਨੂੰ ਜਿਹੜਾ ਨਾ ਤਾਂ ਖੁੱਲ ਕੇ ਹੱਸ ਕੇ ਜੀ ਸਕਦਾ ਹੈ ਤੇ ਨਾ ਤਾਂ ਕੋਈ ਕੰਮ ਕਰ ਸਕਦਾ ਹੈ, ਉਹ ਹਮੇਸ਼ਾ ਉਸਨੂੰ ਡਰ ਹੀ ਰਹਿੰਦਾ, ਕਿਸੇ ਨਾ ਕਿਸੇ ਗੱਲ ਦਾ ਚਿੰਤਾ ਹੀ ਰਹਿੰਦੀ ਹੈ। ਉਹ ਆਪਣੀ ਜ਼ਿੰਦਗੀ ਨੂੰ ਇੱਕ ਨਿਰਾਸ਼ ਬਣਾ ਲੈਂਦਾ ਹੈ, ਹਮੇਸ਼ਾ ਨਿਰਾਸ਼ਾ ਦੇ ਵਿੱਚ ਰਹਿੰਦਾ ਹੈ, ਨਿਰਾਸ਼ਾਵਾਦੀ ਬਣਦਾ ਜਿਹੜੇ ਇਨਸਾਨ ਵਹਿਮਾਂ ਭਰਮਾਂ ਦੇ ਵਿੱਚ ਫਸੇ ਰਹਿੰਦੇ ਹਨ। ਇਸ ਲਈ ਸਾਨੂੰ ਵਹਿਮਾਂ ਭਰਮਾਂ ਵਿੱਚ ਫਸਣਾ ਨਹੀਂ ਚਾਹੀਦਾ ਅਤੇ ਜ਼ਿੰਦਗੀ ਦੀ ਹਕੀਕਤ ਨੂੰ ਪਹਿਚਾਨਣਾ ਚਾਹੀਦਾ ਹੈ। ਕਲੀਅਰ ਹੈ ਬੇਟਾ? ਚੈਪਟਰ ਸਮਝ ਆ ਗਈ? ਵਾਰਤਕ ਲਈ ਕਿਹੜੇ ਕਿਹੜੇ ਵਹਿਮਾਂ ਦਾ ਉਹਨਾਂ ਨੇ ਬਿਆਨ ਕੀਤਾ ਹੈ। ਠੀਕ ਹੈ, ਕਿ ਪਹਿਲਾ ਵਹਿਮ ਕੀ ਸੀ, ਉਹਨੂੰ ਬੁਖਾਰ ਰੂਪੀ ਵਹਿਮ ਨੇ ਚੰਬੜਿਆ ਹੋਇਆ ਸੀ। ਸੈਕਿੰਡ ਵਹਿਮ ਕੀ ਸੀ, ਬੰਦੇ ਦੇ ਸਰੀਰ ਦੇ ਨਾਲ ਬਿਮਾਰੀ ਦੇ ਕੀਟਾਣੂ
ਰਹਿੰਦੇ ਹੀ ਰਹਿੰਦੇ ਹਨ। ਇਸ ਲਈ ਜਿਹੜਾ ਕਿ ਉਹ ਜਦੋਂ ਉਹਨਾਂ ਦੀ ਕੋਈ ਕੁਰਸੀ ਦੇ ਟੇਬਲ ਤੇ ਬਹਿ ਜਾਂਦਾ ਸੀ, ਉਹਨੂੰ ਕੁਰਸੀ ਨੂੰ ਧੋਂਦਾ ਸੀ। ਤੀਸਰਾ ਵਹਿਮ ਕੀ ਸੀ ਵੀ ਇੱਕ ਦਿਨ ਗੁਆਂਢੀਆਂ ਦਾ ਬੱਚਾ ਆਉਂਦਾ ਹੈ, ਉੱਥੇ ਖੇਡਦਾ ਹੈ, ਉਹਦਾ ਕੋਈ ਇਨਸਾਨ ਮੁਲਾਕਾਤੀ ਉਹਨੂੰ ਚੁੰਮਦਾ ਹੈ ਤੇ ਉਹਨੂੰ ਚੰਗੀ ਤਰ੍ਹਾਂ ਨਵਾਉਂਦਾ ਹੈ। ਫਿਰ ਚੌਥਾ ਵਹਿਮ ਕੀ ਸੀ ਵੀ ਕਿਸਨੇ ਹਲਵਾਈ ਦੇ ਉਹ ਚਾਹ ਪੀਣ ਜਾਂਦਾ ਹੈ ਤੇ ਉਹਦਾ ਪੈਰ ਕੁੱਤੇ ਦੀ ਪੂਛ ਨਾਲ ਆ ਜਾਂਦਾ ਹੈ, ਜਿਸ ਕਰਕੇ ਉਹਨੂੰ ਵਹਿਮ ਚਮੜ ਜਾਂਦਾ ਹੈ ਕਿ ਕੁੱਤੇ ਦੇ ਜਿਹੜੇ ਸਰੀਰ ਦੇ ਕੀਟਾਣੂ ਹੈ, ਜ਼ਹਿਰ ਉਹਦੇ ਸਰੀਰ ਦੇ ਵੀ ਦਾਖਲ ਹੋ ਗਿਆ ਹੈ। ਫਿਰ ਨੈਕਸਟ ਬੇਟਾ ਉਹਨੂੰ ਘੋੜਿਆਂ ਦੀ ਲਿੱਦ ਉੱਤੇ ਡਿੱਗ ਜਾਂਦਾ ਹੈ, ਉਹਨੂੰ ਉਹ ਬਹੁਤ ਜ਼ਿਆਦਾ ਡਰ ਜਾਂਦਾ, ਜਿਸ ਕਰਕੇ ਉਹ ਜਿਹੜਾ ਕਿ ਦਵਾ ਦਾਰੂ ਕਰਦਾ ਹੈ। ਫਿਰ ਇੱਕ ਦਿਨ ਬੇਟਾ ਆਪਣਾ ਬੁਖਾਰ ਜਾਂ ਜਿਹੜਾ ਨੂੰ ਹਮੇਸ਼ਾ ਡਰ ਰਹਿੰਦਾ ਹੈ ਕਿ ਉਹਦਾ ਸਰੀਰ ਹਮੇਸ਼ਾ ਜਿਹੜਾ ਕਿ ਪੇਟ ਆਫਰਿਆ ਰਹਿੰਦਾ ਹੈ ਜਾਂ ਬੁਖਾਰ ਰਹਿੰਦਾ ਹੈ, ਉਹਦੀ ਗਾਂ ਦੁੱਧ ਨਹੀਂ ਦਿੰਦੀ, ਠੀਕ ਹੈ, ਉਹ ਜਲਦੀ ਮਰ ਜਾਏਗਾ। ਉਹਦੇ ਲਈ ਕੀ ਕਰਦਾ, ਉਹ ਟੂਣਾ ਕਰਦਾ। ਕਾਹਦਾ ਟੂਣਾ ਕਰਦਾ? ਸੰਦੂਰ ਦਾ, ਮੂੰਗੀ ਦਾ, ਮਸਰਾ ਦਾ, ਚਾਕੂ ਦਾ। ਜਦ ਕਿ ਉੱਥੋਂ ਇੱਕ ਹਾਲੀ ਨਿਕਲਦਾ ਹੈ ਕਿਸਾਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਹ ਵਰਤੋਂ ਵਿੱਚ ਲੈ ਆਉਂਦਾ ਹੈ। ਤੇ ਅਖੀਰ ਤੇ ਜੀ ਉਹਦੇ ਪਿੰਡ ਦਾ ਬੇਟਾ ਇੱਕ ਬੰਦਾ ਦਿਲ ਦੀ ਹਰਕਤ ਬੰਦ ਹੋਣ ਕਾਰਨ ਉਹ ਮਰ ਜਾਂਦਾ ਤੇ ਉਹਨੂੰ ਵੀ ਡਰ ਰਹਿੰਦਾ ਕਿ ਉਹ ਜਲਦੀ ਹੀ ਮਰ ਜਾਵੇਗਾ। ਭਾਵ ਕਿ ਇਸ ਲੇਖ ਦੇ ਵਿੱਚ ਲੇਖਕ ਨੇ ਵਹਿਮਾਂ ਭਰਮਾਂ ਵਿੱਚ ਫਸੇ ਵਿਅਕਤੀ ਦੇ ਬਾਰੇ ਦੱਸਿਆ ਹੈ ਕਿ ਜਿਹੜੇ ਇਨਸਾਨ ਸਾਰੀ ਜ਼ਿੰਦਗੀ ਵਹਿਮਾਂ ਭਰਮਾਂ ਦੇ ਵਿੱਚ ਫਸੇ ਰਹਿੰਦੇ ਹਨ, ਉਹ ਜਿਹੜੇ ਕਿ ਨਿਰਾਸ਼ਾਵਾਦੀ ਬਣ ਜਾਂਦੇ ਹਨ, ਹਮੇਸ਼ਾ ਉਦਾਸ ਰਹਿੰਦੇ ਹਨ, ਉਹ ਆਪਣੀ ਜ਼ਿੰਦਗੀ ਨੂੰ ਖੁੱਲ ਕੇ ਜੀ ਨਹੀਂ ਸਕਦੇ। ਠੀਕ ਹੈ, ਇਸ ਲਈ ਇਹਨਾਂ ਵਿਅਕਤੀਆਂ ਦੇ ਜੇ ਵਹਿਮ ਭਰਮ ਦੂਰ ਕਿੱਦਾਂ ਹੋਣਗੇ, ਉਹਨਾਂ ਨੂੰ ਦਲੀਲਾਂ ਦੇ ਕੇ ਤੇ ਹੌਲੀ ਹੌਲੀ ਇਹ ਦੂਰ ਹੋ ਸਕਦੇ ਹਨ। ਕਲੀਅਰ ਹੈ ਬੇਟਾ? ਹੁਣ ਆਪਾਂ ਜਿਹੜੇ ਪੇਜ ਇੱਕ ਰਹਿ ਗਿਆ ਸੀ ਉਹ ਰੀਡ ਕਰਦੇ ਹਾਂ, ਅੰਡਰਲਾਈਨ ਕਰਦੇ ਹਾਂ ਬੇਟਾ। 1 ਮਾਰਕਸ ਕੁਐਸਚਨ, पेज नंबर 96, लास्ट पैरा। मेरा हासा निकल गया ताया, ठीक है, लेखक दा ਜਦੋਂ ਕਹਿੰਦਾ ਹੈ ਕਿ ਜਦੋਂ ਕਹਿੰਦਾ ਕਿ ਕੋਈ ਉਹਦੇ ਪਿੰਡ ਦਾ ਕੋਈ ਵਿਅਕਤੀ ਦਿਲ ਦੀ ਧੜਕਣ ਬੰਦ ਹੋਣ ਕਰਕੇ ਮਰ ਗਿਆ ਤੇ ਉਹਨੂੰ ਇਹ ਡਰ ਹੋ ਜਾਂਦਾ ਕਿ ਉਹਦਾ ਦਿਲ ਵੀ ਜਿਹੜਾ ਕਿ ਇਹ ਉਹਦਾ ਦਿਲ ਵੀ ਜਲਦੀ ਬੰਦ ਕਰ ਹੋ ਜਾਏਗਾ, ਹਰਕਤ ਕਰਨੀ ਬੰਦ ਕਰ ਦੇਵੇਗਾ। ਠੀਕ ਹੈ, ਮੇਰੇ ਕੋਲ ਆਇਆ, ਸੱਜੀ ਵੱਖੀ ਨੂੰ ਹੱਥ ਲਾ ਘੁੱਟਦਾ ਹੋਇਆ ਕਹੀ ਜਾਏ ਦਿਲ ਧੜਕਦਾ ਨਹੀਂ, ਜਦ ਕਿ ਦਿਲ ਤਾਂ ਹੁੰਦਾ ਲੈਫਟ ਸਾਈਡ ਤੇ ਖੱਬੇ, ਉਹ ਸੱਜੇ ਹੱਥ ਤੇ ਹੱਥ ਆਂਦਾ ਹੈ ਕਿ ਹਾਏ ਮੇਰਾ ਦਿਲ ਧੜਕਦਾ ਨਹੀਂ ਪਿਆ, ਤੇ ਲੇਖਕ ਕੋ ਹੱਸਣ ਲੱਗ ਜਾਂਦਾ ਹੈ ਕਿ ਤਾਇਆ ਮਨਸਾ ਰਾਮ ਜੀ, ਦਿਲ ਤਾਂ ਦੂਜੇ ਪਾਸੇ ਹੁੰਦਾ ਹੈ, ਸੱਜੇ ਪਾਸੇ ਕਿਵੇਂ ਧੜਕੇ? ਫਿਰ ਤਾਇਆ, ਦਿਲ ਧੜਕਣ ਬਿਨਾ ਤਾਂ ਕੋਈ ਸ਼ਾਇਰ ਜਿਉਂਦਾ ਰਹਿ ਸਕਦਾ ਹੈ, ਤਾਇਆ ਮਨਸਾ ਰਾਮ ਨਹੀਂ। ਦਿਲ ਤਾਂ ਉਹ ਘੜੀ ਹੈ ਕਿ ਟਕ ਟਕ ਹਟੀ ਤੇ ਟੱਕੇ ਦੀ ਮੁੱਲ ਨਹੀਂ। ਭਾਵ ਕਿ ਜੇ ਦਿਲ ਧੜਕਣਾ ਬੰਦ ਹੋ ਜਾਵੇ ਤਾਂ ਇਨਸਾਨ ਦੀ ਜ਼ਿੰਦਗੀ ਜਿਹੜੀ ਕਿ ਬਿਲਕੁਲ ਖਤਮ ਹੋ ਜਾਂਦੀ ਹੈ। ਤਾਇਆ ਮਨਸਾ ਰਾਮ ਨੂੰ ਕੁਝ ਤਰਵਾਸ ਆਇਆ ਤਾਂ ਸਹੀ, ਪਰ ਫਿਰ ਵੀ ਕਹਿਣ ਲੱਗਾ, ਮੈਂ ਕਿਹਾ ਇਹਦਾ ਕੋਈ ਪਤਾ ਨਹੀਂ, ਅੱਜ ਨਹੀਂ ਧੜਕਣੋਂ ਹਟਿਆ ਤਾਂ ਕੱਲ ਹਟ ਜਾਏਗਾ। ਭਾਵ ਕਿ ਹਮੇਸ਼ਾ ਡਰ ਹੀ ਰਹਿੰਦਾ ਹੈ ਕਿ ਕੋਈ ਇਨਸਾਨ ਉਹਦੇ ਪਿੰਡ ਦਾ ਮਰ ਗਿਆ, ਦਿਲ ਦੀ ਹਰਕਤ ਬੰਦ ਹੋਣ ਕਾਰਨ ਉਹ ਵੀ ਜਲਦੀ ਹੀ ਮਰ ਜਾਵੇਗਾ। ਕਿਧਰੇ ਮੈਨੂੰ ਸ਼ਹਿਰ ਲੈ ਜਾ ਕੇ ਵੱਡੇ ਡਾਕਟਰ ਨੂੰ ਵਿਖਾ ਲਾਏ ਤਾਂ ਚੰਗਾ ਕਰੇ। ਇਹ ਉਹ ਵਹਿਮੀ ਤਾਏ ਮਨਸਾ ਰਾਮ ਨੂੰ ਜਿਹੜੀ ਬਿਮਾਰੀ ਅਜੇ ਡਾਕਟਰਾਂ ਦੇ ਵਿਚਾਰ ਵਿੱਚ ਵੀ ਨਹੀਂ ਹੁੰਦੀ ਉਹ ਲੱਗ ਜਾਂਦੀ ਹੈ। ਭਾਵ ਕਿ ਜਿਹੜੀ ਬਿਮਾਰੀ ਡਾਕਟਰ ਵੀ ਨਹੀਂ ਸੋਚਦੇ, ਉਹ ਵਹਿਮ ਦੇ ਕਰਕੇ ਉਹ ਵਹਿਮੀ ਤਾਏ ਨੂੰ ਮਨਸਾ ਰਾਮ ਨੂੰ ਬਿਮਾਰੀ ਲੱਗ ਜਾਂਦੀ ਹੈ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਮੈਂ ਤਾਇਆ ਮਨਸਾ ਰਾਮ ਨੂੰ ਨਾਲ ਲੈ ਕੇ ਇੱਕ ਝਾੜ ਚਪਾੜਾ ਕਰਨ ਵਾਲੇ ਕੋਲ ਚਲਿਆ ਗਿਆ। ਮੈਂ ਨਹੀਂ ਸਾ ਚਾਹੁੰਦਾ, ਪਰ ਤਾਏ ਖੇੜੇ ਪੈ ਗਿਆ। ਝਾੜ ਚਪਾੜਾ ਭਾਵ ਜਿਹੜਾ ਉਹ ਝਾੜਾ ਕਰਦੇ ਆ। ਲੋ ਭਾਈ ਤੁਸੀਂ ਤਾਂ ਵੇਖਦੇ ਹੋ, ਸੌਰੀ, ਖਹਿੜੇ ਪੈ ਗਿਆ ਤਾਂ ਮੇਰੀ ਵਾਹ ਨਾ ਪਈ। ਉੱਥੇ ਪੁੱਜੇ ਤਾਂ ਮਦਾਰੀ ਨੇ ਜੁੜੀ ਹੋਈ ਭੀੜ ਸਾਹਮਣੇ, ਕਿ ਜਦੋਂ ਉੱਥੇ ਜਾ ਰਹੇ ਸੀ ਝਾੜਾ ਕਰਵਾਉਣ, ਉੱਥੇ ਮਦਾਰੀ ਤਮਾਸ਼ਾ ਦਿਖਾ ਰਿਹਾ ਸੀ। ਮਦਾਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਏ ਵਾਲੀ ਇਸ਼ਾਰਾ ਕਰਕੇ ਕਿਹਾ, ਲੋ ਭਾਈ ਤੁਸੀਂ ਤਾਂ ਵੇਖਦੇ ਹੋ, ਪਰ ਇਸ ਆਦਮੀ ਦਾ ਸਿਰ ਹੈ ਹੀ ਨਹੀਂ। ਉਹ ਮਦਾਰੀ ਕੀ ਕਹਿੰਦਾ ਹੈ, ਤਾਏ ਮਨਸਾ ਰਾਮ ਦੇ ਵਾਲੀ ਇਸ਼ਾਰਾ ਕਰਕੇ ਕਹਿੰਦਾ ਕਿ ਇਸ ਆਦਮੀ ਦਾ ਸਿਰ ਹੀ ਨਹੀਂ ਹੈ। ਕਿਉਂ ਉਹਨੇ ਕਿਹਾ ਹੁੰਦਾ ਹੈ? ਕਿਉਂਕਿ ਤਾਏ ਨੇ ਕੀ ਬੰਨੀ ਹੁੰਦੀ? ਟਰਬਨ ਬੰਨੀ ਹੁੰਦੀ, ਪੱਗ ਬੰਨੀ ਹੁੰਦੀ ਹੈ। ਠੀਕ ਹੈ, ਸਿਰ ਹੈ ਹੀ ਨਹੀਂ। ਮਨਸਾ ਰਾਮ ਨੇ, ਅੰਡਰਲਾਈਨ ਕਰੋ ਬੇਟਾ ਅਭੀ ਮਦਾਰੀ ਕੀ ਕਹਿੰਦਾ ਹੈ। ਮਨਸਾ ਰਾਮ ਨੇ ਇਹ ਸੁਣ ਕੇ ਅੱਖੀਆਂ ਮੀਟੀਆਂ ਤੇ ਬੋਲਿਆ, ਠੀਕ ਹੈ ਮਹਾਰਾਜ, ਮੇਰਾ ਸਿਰ ਹੈ ਹੀ ਨਹੀਂ। ਮੈਨੂੰ ਬੜਾ ਗੁੱਸਾ ਆਇਆ, ਮੈਨੂੰ ਮਤਲਬ ਲੇਖਕ ਨੂੰ। ਮੈਂ ਕੜਕਿਆ, ਤਾਇਆ ਜੇ ਤੇਰਾ ਸਿਰ ਨਹੀਂ ਤਾਂ ਪੱਗ ਕਾਦੇ ਉੱਪਰ ਬੱਧੀ ਹੋ? ਬੜੀ ਮੁਸ਼ਕਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ, ਭਾਵ ਕਿ ਉਹਨੂੰ ਕਾਹਦਾ ਵਹਿਮ ਪੈ ਗਿਆ ਕਿ ਜੇ ਮਦਾਰੀ ਨੇ ਕਿਹਾ ਤਾਂ ਉਹਦਾ ਸਿਰ ਹੈ ਹੀ ਨਹੀਂ, ਤਾਂ ਉਹਨੂੰ ਵਿਸ਼ਵਾਸ ਹੋ ਗਿਆ ਕਿ ਉਹਦਾ ਸਿਰ ਹੈ ਹੀ ਨਹੀਂ। ਫਿਰ ਲੇਖਕ ਕੀ ਕਹਿੰਦਾ ਕਿ ਤਾਏ ਜੀ ਤੁਸੀਂ ਪੱਗਾਂ ਦੇ ਉੱਤੇ ਬੰਨੀ ਹੈ, ਪੱਗ ਤਾਂ ਤੁਸੀਂ ਸਿਰ ਉੱਤੇ ਹੀ ਬੰਨੀ ਹੈ ਨਾ, ਠੀਕ ਹੈ। ਪਰ ਪਰਸੋਂ ਦਾ ਤਾਇਆ ਮਨਸਾ ਰਾਮ ਨੇ ਹੱਦ ਕਰ ਦਿੱਤੀ। ਮੇਰੇ ਕੋਲ ਨੀਵੇਂ ਲੱਕ ਆਇਆ, ਭਾਵ ਕਿ ਨੀਚੇ ਝੁਕ ਕੇ ਆਇਆ, ਅੱਖੀਆਂ ਜਿਵੇਂ ਪੁੱਠੀਆਂ ਕੀਤੀਆਂ ਹੋਈਆਂ, ਬੁੱਲ ਸੁੱਕੇ ਹੋਏ, ਬੜੀ ਮਰੀ ਹੋਈ ਆਵਾਜ਼ ਉਹਦੇ ਮੂੰਹੋਂ ਨਿਕਲੀ, ਛੇਤੀ ਕਰੋ ਮੈਨੂੰ ਕਿਧਰੇ ਲੈ ਜਾਓ। ਮੈਂ ਕਿਹਾ, ਕਿਉਂ ਤਾਇਆ ਜੀ, ਸੁੱਖ ਤਾਂ ਹੈ?
ਤਾਏ ਦੀ ਪੜਦਾਈ ਹੋਈ ਆਵਾਜ਼ ਆਈ, ਮੇਰੀ ਜਾਨ ਨੂੰ ਖਤਰਾ ਹੈ। ਅੱਜ ਸ਼ਾਮ ਤੱਕ ਮੈਨੂੰ ਲਾਮ ਚਾਮ ਨਾ ਕੀਤਾ ਗਿਆ ਤਾਂ ਮੈਂ ਸਮਝੋ ਹੈ ਹੀ ਨਹੀਂ। ਕਿ ਕਹਿੰਦਾ ਕਿ ਅੱਜ ਮੈਨੂੰ ਸ਼ਾਮ ਤੱਕ ਲਾਮ ਚਾਮ ਨਾ ਕੀਤਾ ਗਿਆ ਤੇ ਸਮਝੋ ਮੈਂ ਹੈ ਹੀ ਨਹੀਂ। ਇਹ ਆਖਦਿਆਂ ਤਾਏ ਮਨਸਾ ਰਾਮ ਦੀਆਂ ਭੁੱਬਾਂ ਨਿਕਲ ਗਏ, ਭਾਵ ਕਿ ਉਹ ਰੋਣ ਲੱਗ ਗਿਆ। ਗੱਲ ਕੀ ਸ਼ਿੰਗਾਰੂ ਨੇ ਕੱਲ ਦੀ ਮਾਰ ਖੰਡੀ ਬੱਕਰੀ ਮੇਰੇ ਮਗਰ ਲਾਈ ਹੋਈ ਹੈ। ਵੇਖੀ ਤੂੰ, ਉਹਦੇ ਸਿੰਘਾਂ ਨਾਲ ਛੁਰੀਆਂ ਬਣ ਛੱਡੀਆਂ ਨੇ ਮੇਰੇ ਵੈਰੀਆਂ ਨੇ। ਭਾਵ ਕੀ ਕਹਿੰਦਾ ਕਿ ਬੱਕਰੀ ਮੇਰੇ ਮਗਰ ਲਾਈ ਹੋਈ ਤੇ ਉਹਦੇ ਸਿੰਘਾਂ ਦੇ ਕੀ ਬਣੀਆਂ, ਛੁਰੀਆਂ, ਤਾਂ ਕਿ ਉਹ ਮੈਨੂੰ ਮਾਰ ਦੇਵੇ। ਮੈਂ ਬਥੇਰਾ ਮੱਥਾ ਮਾਰਿਆ, ਭਾਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ ਹੈ, ਪਰ ਤਾਏ ਮਨਸਾ ਰਾਮ ਅਜੇ ਤੱਕ ਨਹੀਂ ਸੀ ਮੰਨਿਆ। ਤੇ ਮੰਨੇ ਵੀ ਕਿਵੇਂ? ਹੋਰ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਦਾ ਕਿਵੇਂ ਹਟੇ। ਭਾਵ ਕਿ ਲੇਖਕ ਨੇ ਅੰਤ ਵਿੱਚ ਕੀ ਦੱਸਿਆ ਕਿ ਹਰ ਬਿਮਾਰੀ ਦਾ ਇਲਾਜ ਹੈ, ਪਰ ਜੇ ਕਿਸੇ ਇਨਸਾਨ ਨੂੰ ਵਹਿਮ ਹੀ ਚੰਬੜ ਜਾਵੇ, ਠੀਕ ਹੈ, ਵਹਿਮਾਂ ਭਰਮਾਂ ਵਿੱਚ ਚੰਬੜ ਜਾਏ, ਕਿ ਉਸ ਬਿਮਾਰੀ ਦਾ ਇਲਾਜ ਨਹੀਂ। ਉਸ ਬਿਮਾਰੀ ਦਾ ਇਲਾਜ ਕੀ ਹੈ ਕਿ ਉਹਨੂੰ ਦਲੀਲਾਂ ਦੇ ਕੇ, ਸਮਝਾ ਕੇ, ਪਿਆਰ ਨਾਲ ਹੀ ਹੌਲੀ ਉਹਦੇ ਵਹਿਮ ਨੂੰ ਦੂਰ ਕੀਤਾ ਜਾ ਸਕਦਾ ਹੈ। ਕਲੀਅਰ ਹੈ ਬੇਟਾ ਸਭ ਨੂੰ? ਕਲੀਅਰ ਹੋ ਗਿਆ ਬੇਟਾ ਵਹਿਮੀ ਤਾਇਆ? ਕਲੀਅਰ ਹੈ ਬੇਟਾ? ਅਗਰ ਕਿਸੇ ਨੂੰ ਕੋਈ ਨਹੀਂ ਸਮਝ ਆਈ then please raise your hand। ਹੁਣ ਅਸੀਂ ਕੁਐਸਚਨਸ ਕਰਾਂਗੇ ਬੇਟਾ। ਕਲੀਅਰ ਹੈ ਬੇਟਾ ਸਭ ਨੂੰ ਚੈਪਟਰ? ਯੈਸ ਬੇਟਾ ਹੁਣ ਕੁਐਸਚਨਸ ਕਰਦੇ ਆ ਬੇਟਾ ਦੇ। ਯੈਸ 1 ਮਾਰਕਸ ਕੁਐਸਚਨਸ ਨੋਟ ਕਰੋ, 1 ਮਾਰਕਸ ਕੁਐਸਚਨਸ। क्वेश्चन बोलेंगे बेटा तुझे आंसर देने हैं, ठीक है। ताया मनसा राम नु सारे की कह के पुकारदे सन? यस जिया। ਤਾਇਆ ਮਨਸਾ ਰਾਮ ਨੂੰ ਸਾਰੇ ਵਹਿਮੀ ਤਾਇਆ ਕਹਿ ਕੇ ਆਖਦੇ ਪੁਕਾਰਦੇ ਸਨ। ਵਹਿਮੀ ਤਾਇਆ बेटा नाल नाल नोट करदे वाला 1 मार्क्स क्वेश्चन। वहमी ताया। थर्ड क्वेश्चन, दुनिया विच किस बीमारी दा इलाज नहीं? यस जिया एंड जानवी। यस बारबी। बारबी अनम्यूट योरसेल्फ। दुनिया विच वहम का इलाज नहीं है। किसका इलाज नहीं है? वहम का इलाज नहीं है। 2 या 3 शब्दां लिखते जाना बेटा आंसर। नेक्स्ट क्वेश्चन है, ताया मनसा राम केड़े हकीम दा नाम लेंदा है? ताया मनसा राम केड़े हकीम दा नाम लेंदा है? यस राघव। राघव अनम्यूट योरसेल्फ। राघव, ताया मनसा राम किस हकीम दा नाम लेंदा है? यस ईशानी। ईशानी अनम्यूट योरसेल्फ। यस मैम। ਤਾਇਆ ਮਨਸਾ ਰਾਮ ਕਰਤਾਰ ਚੰਦ ਹਕੀਮ ਦਾ ਨਾਮ ਲੈਂਦਾ ਹੈ। हाँ, केड़े हकीम दा नाम लेंदा है? करतार चंद। ताया मनसा राम करतार चंद दा नाम लेंदा है। नेक्स्ट है, घोड़ियां दी लिद उपर डिगन नाल ताया मनसा राम ਨੂੰ ਕਿਹੜੀ ਬਿਮਾਰੀ ਹੋਣ ਦਾ ਵਹਿਮ ਲੱਗ ਗਿਆ? ਘੋੜਿਆਂ ਦੀ ਲਿਦ ਉੱਪਰ ਡਿੱਗਣ ਕਾਰਨ ਤਾਏ ਮਨਸੇ ਰਾਮ ਨੂੰ ਕਿਹੜੀ ਬਿਮਾਰੀ ਹੋਣ ਦਾ ਡਰ ਲੱਗਿਆ ਸੀ? ਯੈਸ यस लक्ष्य। लक्ष्य, ताए मनसा ਨੂੰ ਕਿਹੜੀ ਬਿਮਾਰੀ ਦਾ ਡਰ ਸੀ ਜਦੋਂ ਘੋੜਿਆਂ ਦੀ ਲਿੱਦ ਤੇ ਡਿੱਗਦਾ? ਟੈਟਨਸ। नेक्स्ट क्वेश्चन है 6, ताया मनसा राम ਦੇ ਟੀਕਾ ਲਵਾਉਣ ਵਾਲੇ ਡਾਕਟਰ ਨੇ ਕਿੰਨੇ ਪੈਸੇ ਲਏ? यस किन्ने पैसे लेंदा डॉक्टर? यस तनवीन। यस तनवीन। मैम 60 रुपये। यस किन्ने पैसे लिए हमने? 60 रुपए। नेक्स्ट है, ताया मनसा राम ਨੂੰ ਅੰਤ ਵਿੱਚ ਕਿਹੜਾ ਵਹਿਮ ਲੱਗਾ? ਤਾਏ ਮਨਸਾ ਰਾਮ ਨੂੰ ਅੰਤ ਵਿੱਚ ਕਿਹੜਾ ਵਹਿਮ ਲੱਗਾ ਸੀ? ਲਾਸਟ ਵਿੱਚ, ਬਿਲਕੁਲ ਐਂਡ ਵਿੱਚ ਚੈਪਟਰ ਦੇ। ਯੈਸ ਚੈਤन्या। चैतन्या अनम्यूट योरसेल्फ। ताए मनसा राम ਨੂੰ ਅਖੀਰ ਤੇ ਕਿਹੜਾ ਵਹਿਮ ਸੀ? ਇੱਕ ਦੇ ਅੰਤ ਵਿੱਚ ਕਾਹਦਾ ਵਹਿਮ ਹੁੰਦਾ ਹੈ? ਬੱਕਰੀ ਦੁਆਰਾ ਮਾਰੇ ਜਾਣ ਦਾ। ਬੱਕਰੀ ਦੁਆਰਾ ਮਾਰੇ ਜਾਣ ਦਾ, ਠੀਕ ਹੈ। ਲੇਖ ਦੇ ਅੰਤ ਵਿੱਚ ਉਹਨੂੰ ਕਾਹਦਾ ਵਹਿਮ ਹੁੰਦਾ ਹੈ? ਬੱਕਰੀ ਦੁਆਰਾ ਮਾਰੇ ਜਾਣ ਦਾ। ਨੈਕਸਟ ਕੁਐਸਚਨ,
ਜਦੋਂ ਲੇਖਕ ਨੂੰ ਤਾਇਆ ਪਹਿਲੀ ਵਾਰੀ ਮਿਲਿਆ, ਜਦੋਂ ਲੇਖਕ ਨੂੰ ਤਾਇਆ ਪਹਿਲੀ ਵਾਰੀ ਮਿਲਿਆ ਤਾਂ ਤਾਏ ਨੇ ਮੂੰਹ ਵਿੱਚ ਕਿਸ ਚੀਜ਼ ਨੂੰ ਨੱਪਿਆ ਹੋਇਆ ਸੀ? ਜਦੋਂ ਸਟਾਰਟਿੰਗ ਦੇ ਵਿੱਚ ਹੀ ਉਹਨੂੰ ਪਹਿਲੀ ਵਾਰੀ ਮਿਲਦਾ ਹੈ ਤਾਂ ਉਹਨੇ ਮੂੰਹ ਵਿੱਚ ਕੀ ਪਾਇਆ ਹੋਇਆ ਸੀ? ਯੈਸ ਜੀ ਐਨ ਜਾਨਵੀ, ਉਹਨੇ ਮੂੰਹ ਵਿੱਚ ਕੀ ਪਾਇਆ ਹੋਇਆ ਸੀ? ਅਨਮਿਊਟ ਯੋਰਸੈਲਫ ਬੇਟਾ। ਜੀ ਐਨ ਜਾਨਵੀ, ਯੈਸ ਬੇਟਾ, ਕੀ ਪਾਇਆ ਸੀ ਬੇਟਾ? थर्मामीटर। हाँ यस, की पाया सी थर्मामीटर। नेक्स्ट है कीटाणु झाड़न लई ताया की करदा सी? कीटाणु, यस बेटा, कीटाणु झाड़न लई ताया की करदा सी? यस, रेज योर हैंड बेटा। कीटाणु झाड़न लई ਤਾਇਆ ਕੀ ਕਰਦਾ ਸੀ? ਦੱਸਿਆ ਸੀ ਨਾ ਬੇਟਾ, ਜਦੋਂ ਕੋਈ ਦੀ ਮੰਜੀ ਉੱਤੇ ਆ ਕੇ ਜਾਂ ਉਹਦੇ ਬਿਸਤਰੇ ਉੱਤੇ ਆ ਕੇ ਬੈਠ ਜਾਂਦਾ ਸੀ ਤਾਂ ਬਿਸਤਰੇ ਨੂੰ, ਮੰਜੀ ਨੂੰ ਸਾਬਣ ਲਾ ਲਾ ਕੇ ਕੀ ਕਰਦਾ ਸੀ? ਅੱਧਾ ਘੰਟਾ ਧੋਂਦਾ ਸੀ। ਠੀਕ ਹੈ, ਜਦੋਂ ਬੇਟਾ ਉਹਦੀ ਕੋਈ ਮੰਜੀ ਦੇ ਬਿਸਤਰੇ ਤੇ ਆ ਕੇ ਬੈਠ ਜਾਂਦਾ ਸੀ ਤਾਂ ਉਹ ਕੀ ਵਹਿਮ ਕਰਦਾ ਸੀ ਕਿ ਕੀਟਾਣੂ ਝਾੜਨ ਲਈ ਉਹ ਅੱਧਾ ਘੰਟਾ ਜਿਹੜਾ ਕਿਸੇ ਸਾਬਣ ਲਾ ਕੇ ਧੋਂਦਾ ਸੀ। ਠੀਕ ਹੈ, ਲਾ ਕੀ ਆਨਸਰ ਦਾ? ਅੱਧਾ ਘੰਟਾ ਸਾਬਣ ਲਾ ਕੇ, ਠੀਕ ਹੈ, ਧੋਂਦਾ ਸੀ ਤਾਂ ਜੋ ਬਿਮਾਰੀ ਦੇ ਕੀਟਾਣੂ ਦੂਰ ਹੋ ਜਾਣ। ਠੀਕ ਹੈ, ਨੈਕਸਟ ਕੁਐਸਚਨ ਹੈ ਕਿਸਨੇ ਹਲਵਾਈ ਦੀ ਹੱਟੀ ਤੇ ਚਾਹ ਪੀਂਦਿਆਂ ਤਾਏ ਮਨਸਾ ਰਾਮ ਦਾ ਪੈਰ ਕਿੱਥੇ ਆਇਆ ਸੀ? ਜਿਹਦੇ ਬੇਟਾ ਉਹ ਕਿਸਨੇ ਹਲਵਾਈ ਦੀ ਹੱਟੀ ਤੇ ਜਾਂਦਾ ਹੈ ਤਾਂ ਉਹਦਾ ਪੈਰ ਕਿੱਥੇ ਆਂਦਾ ਹੈ? ਯੈਸ ਯੈਸ ਗੁਰਸ਼ਰਨ, ਗੁਰਸ਼ਰਨ ਅਨਮਿਊਟ ਯੋਰਸੈਲਫ। Yes. गुरशरण अनम्यूट yourself बेटा। पूंछ से। हाँ, किदी पूंछ ते? दोबारा रिपीट करो। कुत्ते दी पूंछ ते। कुत्ते दी पूंछ से। नेक्स्ट है मदारी, मदारी ने जुड़ी हुई भीड़ सामने किस वाली इशारा करके गल आखी? मदारी ने जुड़ी हुई भीड़ वाल किस वाल इशारा करके गल आखी सी? किदे वालों इशारा करदा है? यस तनवीन, तनवीन अनम्यूट योरसेल्फ। यस तनवीन, उन्हें किदे वाल इशारा किया सी बेटा? तनवीन अनम्यूट योरसेल्फ बेटा। मैम मनसा राम वाल। हाँ वेरी गुड, किदे वाल इशारा करता है? मनसा राम वाल। ठीक है, मनसा राम वाल इशारा करता है ते की कहंदा है बेटा? मनसा राम वाल इशारा करके ओदा की नहीं हैगा? मनसा राम वाल इशारा करके मदारी की कहंदा है? यस तनवीन, यस राघव, राघव अनम्यूट योरसेल्फ। मैम मदारी मनसा राम वाल इशारा करके कहता है कि मनसा राम दा तां सिर ही नहीं है। हाँ, ਉਹਨੂੰ ਕੀ ਕਹਿੰਦਾ ਹੈ? मनसा राम दा ता सिर ही नहीं है। ठीक है, फिर जो लेखक ਉਹਨੂੰ ਸਮਝਾਉਂਦਾ ਹੈ कि पग काले ते बन्नी है। कि मदारी की इशारा किदे वाल इशारा करता है? मनसा राम वाल। ठीक है, तो की कहता है कि ਉਹਦਾ सिर है नहीं। फिर लेखक ਉਹਨੂੰ ਕੀ ਸਮਝਾਉਂਦਾ ਹੈ कि पग किदे ऊपर बन्नी है। क्लियर है बेटा सब ਨੂੰ चैप्टर? ठीक है, वहमी ताया लेख ਦੇ ਵਿੱਚ ਲੇਖਕ ਨੇ ਉਹਦੇ ਵੱਖ-ਵੱਖ ਵਹਿਮਾਂ ਦੇ ਬਾਰੇ ਦੱਸਿਆ, मनसा राम ਦੇ ਵਹਿਮਾਂ ਦੇ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਸਾਰੀ ਜ਼ਿੰਦਗੀ ਵਹਿਮਾਂ ਦੇ ਨਾਲ ਹੀ ਜਿਹੜਾ ਕਿ ਵਹਿਮ ਹੀ ਉਹਨੂੰ ਚਿੰਬੜੇ ਰਹਿੰਦੇ ਹਨ ਕਿ ਕਦੀ ਉਹਨੂੰ ਬਿਮਾਰ ਹੋਣ ਦਾ ਵਹਿਮ ਰਹਿੰਦਾ ਹੈ, ਬੁਖਾਰ ਹੋਣ ਦਾ, ਕਦੀ ਬੇਟਾ ਉਹਨੂੰ ਬਿਮਾਰੀ ਦੇ ਕੀਟਾਣੂ ਚਮੜੇ ਹੋਣ ਦਾ ਵਹਿਮ ਰਹਿੰਦਾ ਹੈ ਤੇ ਕਦੀ ਇਹ ਡਰ ਰਹਿੰਦਾ ਹੈ ਕਿ ਜੇ ਕੋਈ ਇਨਸਾਨ ਉਹਦੀ ਬਿਸਤਰੇ ਤੇ ਮੰਜੀ ਤੇ ਆ ਕੇ ਬੈਠ ਜਾਵੇ ਤਾਂ ਬਿਮਾਰੀ ਦੇ ਕੀਟਾਣੂ ਜਿਹੜਾ ਕਿ ਇਹ ਉਸ ਬਿਸਤਰੇ ਨਾਲ, ਉਸ ਮੰਜੀ ਦੇ ਨਾਲ ਚਿੰਬੜ ਜਾਂਦੇ ਹਨ। ਇਸ ਲਈ ਉਹ ਬਿਸਤਰੇ ਨੂੰ, ਮੰਜੀ ਨੂੰ ਚੰਗੀ ਤਰ੍ਹਾਂ ਰਗੜ ਕੇ ਅੱਧਾ ਘੰਟਾ ਸਾਬਣ ਲਾ ਕੇ ਧੋਂਦਾ ਹੈ। ਤੇ ਇੱਕ ਵਾਰ ਜੇ ਉਹਦੇ ਕੁੱਤੇ ਦੇ ਪੂੰਛ ਉੱਤੇ ਪੈਰ ਵੀ ਆ ਗਿਆ, ਠੀਕ ਹੈ, ਤੇ ਉਹਨੇ ਇਹ ਸੋਚ ਲਿਆ, ਉਹਨੂੰ ਵਹਿਮ ਚਮੜ ਗਿਆ ਕਿ ਕੁੱਤੇ ਨੇ ਜਿਹੜਾ ਕਿ ਇਹ ਉਸਨੂੰ ਵੱਢ ਲਿਆ ਹੈ, ਇਸ ਕਰਕੇ ਉਹ 14 ਇੰਜੈਕਸ਼ਨ ਆਪਣੀ ਵੱਖੀ ਤੇ ਲਵਾਉਂਦਾ ਹੈ। ਤੇ ਜੇ ਉਸਨੂੰ ਇੱਕ ਦਿਨ ਉਹ ਘੋੜੇ ਦੀ ਲਿੱਦ ਉੱਤੇ ਡਿੱਗਦਾ ਹੈ ਤੇ ਘੋੜੇ ਦੀ ਲਿੱਦ ਉੱਤੇ ਡਿੱਗਣ ਕਰਕੇ ਉਹਨੂੰ ਵਹਿਮ ਹੋ ਜਾਂਦਾ ਹੈ ਕਿ ਉਹਨੂੰ ਬਹੁਤ ਵੱਡੀ ਬਿਮਾਰੀ ਲੱਗ ਗਈ ਹੈ, ਟੈਟਨਸ ਦੀ ਬਿਮਾਰੀ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਉਹਦਾ ਇਲਾਜ ਕਰਵਾਉਣ ਜਾਂਦਾ ਤੇ 60 ਰੁਪਏ ਉਹਦੀ ਡਾਕਟਰ ਦੀ ਫੀਸ ਲੈਂਦਾ ਹੈ। ਫਿਰ ਬੇਟਾ
ਉਹਨੂੰ ਕੀ ਵਹਿਮ ਹੁੰਦਾ ਕਿ ਹਰ ਸਮੇਂ ਉਸਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ, ਉਹਦਾ ਪੇਟ ਆਫਰਿਆ ਰਹਿੰਦਾ ਹੈ, ਉਹਦੀ ਜਿਹੜੀ ਗਾਂ ਹੈ ਦੁੱਧ ਨਹੀਂ ਦਿੰਦੀ ਜਾਂ ਹੁਣ ਜਲਦੀ ਹੀ ਮਰ ਜਾਵੇਗਾ। ਇਸ ਲਈ ਬੇਟਾ ਸੰਧੂਰ ਦਾ, ਮੂੰਗੀ ਮਸਰਾਂ ਦਾ ਤੇ ਚਾਕੂ ਦਾ ਕੀ ਕਰਦਾ ਹੈ, ਟੂਣਾ ਕਰਦਾ ਹੈ। ਪਰ ਉੱਥੋਂ ਇੱਕ ਕਿਸਾਨ ਲੰਘ ਰਿਹਾ ਹੁੰਦਾ ਹੈ, ਕਿਸਾਨ ਜਿਹੜਾ ਕਿ ਸੰਧੂਰ ਨੂੰ ਕੀ ਕਰਦਾ ਹੈ, ਉਹਦੇ ਗਾਂ ਦੇ ਉੱਪਰ ਉਹਦੇ ਸਿੰਘਾਂ ਉੱਤੇ ਮਲ ਦਿੰਦਾ ਹੈ, ਠੀਕ ਹੈ, ਸਿੰਘਾਂ ਉੱਤੇ ਮਲ ਕੇ ਉਸ ਤੋਂ ਬਾਅਦ ਜਿਹੜਾ ਉਹਦਾ ਦਾਲ ਹੈ ਉਹ ਖਾ ਲੈਂਦਾ ਹੈ ਤੇ ਜਿਹੜਾ ਚਾਕੂ ਇਹ ਸਾਫ਼ ਕਰਕੇ ਲੈ ਜਾਂਦਾ ਹੈ, ਕਹਿੰਦਾ ਕਿ ਇਹਨਾਂ ਮੈਂ ਤਰਬੂਜ ਜਿਹੜਾ ਕਿ ਕੱਟਾਂਗਾ। ਇਸ ਪ੍ਰਕਾਰ ਇਸ ਲੇਖ ਦੇ ਵਿੱਚ ਅਖੀਰ ਤੇ ਉਹਨੂੰ ਇਹ ਡਰ ਰਹਿੰਦਾ ਕਿ ਗੁਆਂਢੀਆਂ ਨੇ ਬੱਕਰੀ ਦੇ ਜਿਹੜਾ ਕਿ ਇਹ ਉਹਦੇ ਨਾਲ ਸਿੰਘਾਂ ਨਾਲ ਚਾਕੂ ਬੰਨ ਦਿੱਤੇ ਤੇ ਬੱਕਰੀ ਸਾਨੂੰ ਮੈਨੂੰ ਮਾਰ ਦੇਗੀ। ਭਾਵ ਕਿ ਤਾਇਆ ਮਨਸਾ ਰਾਮ ਸਾਰੀ ਜ਼ਿੰਦਗੀ ਬੇਟਾ ਵਹਿਮਾਂ ਦੇ ਵਿੱਚ ਹੀ ਰਹਿੰਦਾ, ਇਸ ਕਰਕੇ ਉਹ ਹਮੇਸ਼ਾ ਡਰਿਆ ਹੀ ਰਹਿੰਦਾ ਹੈ, ਠੀਕ ਹੈ। ਉਹ ਆਪਣੀ ਜ਼ਿੰਦਗੀ ਨੂੰ ਖੁੱਲ ਕੇ ਜੀ ਨਹੀਂ ਸਕਦਾ, ਹਮੇਸ਼ਾ ਨਿਰਾਸ਼ਾ ਦੇ ਵਿੱਚ ਹੀ ਰਹਿੰਦਾ ਹੈ, ਉਹਨੂੰ ਮਰਨ ਦਾ ਡਰ ਹੀ ਲੱਗਿਆ ਰਹਿੰਦਾ ਹੈ। ਭਾਵ ਕਿ ਅਜਿਹੇ ਵਿਅਕਤੀ ਜਿਹੜੇ ਵਹਿਮਾਂ ਭਰਮਾਂ ਵਿੱਚ ਫਸੇ ਰਹਿੰਦੇ ਹਨ, ਨਾ ਤਾਂ ਆਪਣੀ ਜ਼ਿੰਦਗੀ ਖੁੱਲ ਕੇ ਜੀ ਸਕਦੇ ਹਨ, ਨਾ ਤਾਂ ਖੁਸ਼ ਹੁੰਦੇ ਹਨ ਤੇ ਹਮੇਸ਼ਾ ਨਿਰਾਸ਼ਾ ਦੇ ਵਿੱਚ ਹੀ ਰਹਿੰਦੇ ਹਨ। ਜੇ ਅਸੀਂ ਇਹਨਾਂ ਦੇ ਵਹਿਮਾਂ ਨੂੰ ਦੂਰ ਕਰਨਾ ਹੈ ਤੇ ਹੌਲੀ ਹੌਲੀ ਸਮਝਾ ਕੇ, ਦਲੀਲਾਂ ਦੇ ਕੇ ਹੀ ਇਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਤੇ ਅੰਤ ਵਿੱਚ ਇਸ ਲੇਖਕ ਨੇ ਇਸ ਪਾਠ ਦਾ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਸਾਨੂੰ ਵਹਿਮਾਂ ਭਰਮਾਂ ਵਿੱਚ ਫਸਣਾ ਨਹੀਂ ਚਾਹੀਦਾ ਤੇ ਹਕੀਕਤ ਨੂੰ ਪਹਿਚਾਨਣਾ ਚਾਹੀਦਾ ਹੈ। ਕਲੀਅਰ ਹੈ ਬੇਟਾ ਸਭ ਨੂੰ ਇਹ ਚੈਪਟਰ ਵਹਿਮੀ ਤਾਇਆ ਹੁਣ ਕਿੰਨੀ ਵਾਰ ਰਿਪੀਟ ਕੀਤਾ ਬੇਟਾ ਮੈਂ? ਅਗਰ ਕਿਸੇ ਨੂੰ ਕੋਈ ਡਾਊਟ ਹੋਵੇ then please raise your hand। ਕਿਸੇ ਨੂੰ ਵੀ ਕੋਈ ਡਾਊਟ ਹੈ? अगर किसी में बेटा कोई डाउट हो, यस राघव, एनी डाउट बेटा? बेटा मैं कल असाइनमेंट भेजी सी क्रिया वाली, कीती बेटा क्रिया वाली असाइनमेंट रफ नोटबुक ते क्या दी जेडी असाइनमेंट भेजी सी रफ नोटबुक ते करनी है। वहमी ताया दे बेटा 1 मार्क्स क्वेश्चन तुसी फेयर नोटबुक ते कर लेने। ओके बेटा 1 मार्क्स क्वेश्चन फेयर नोटबुक ते बेटा ਜਿਹੜੇ ਵੀ ਬੇਟਾ ਗੁਰੂ ਤੇਗ ਬਹਾਦਰ ਦੇ ਜੀਵਨ ਨਾਲ ਰਿਲੇਟਡ ਕੋਈ ਇੰਟਰਸਟਿਡ ਹੈ, ਚਾਹੇ ਗੱਤਕਾ ਹੋ ਗਿਆ, ਚਾਹੇ ਸ਼ਬਦ ਗਾਇਨ ਹੋ ਗਿਆ, ਚਾਹੇ ਕਵਿਤਾ ਹੋ ਗਈ, ਠੀਕ ਹੈ, ਪਲੀਜ਼ ਬੇਟਾ ਬੱਚੇ ਮੈਨੂੰ ਮੈਸੇਜ ਕਰ ਦੇਣ, ਠੀਕ ਹੈ, ਤੇ ਵੀਡੀਓ ਮੈਂ ਤੁਹਾਨੂੰ ਦੱਸ ਦਾਂਗੀ ਕਿੰਨੇ ਮਿੰਟ ਦੀ ਬਣਾਣੀ ਹੈ, ਠੀਕ ਹੈ ਬੇਟਾ। ਓਕੇ ਬੇਟਾ, ਬਾਏ ਬਾਏ।